ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਗੁੰਜਾ ਸਿੱਖ ਵਿਰਸੇ ਦੇ ਤੁਹਾਡਾ ਸਵਾਗਤ ਹੈ। ਖਾਲਸੇ ਦੇ ਸਾਲਾਂ ਦੀ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਜਨੂ ਕਾ ਟੀਲਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਆਗੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦਾ ਸਿਰਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੌਰਾਨ ਰਾਗੀ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਪੂਰੇ ਉਤਸ਼ਾਹ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਮੁੱਖ ਸਮਾਗਮ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਖਾਲਸਾ ਪੰਥ ਦੁਨੀਆ ਦਾ ਸਿਰਫ ਇਕਲੌਤਾ ਪੰਥ ਹੈ ਜੋ ਆਪਣਾ ਜਨਮ ਦਿਹਾੜਾ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜ ਕੇ ਨਿਆਰੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਅੰਮ੍ਰਿਤ ਪੀਆ, ਆਪੇ ਅੰਮ੍ਰਿਤ ਪੀਆ, ਆਪੇ ਆਪੇ ਗੁਰਮੁਖ ਆਪੇ ਦੇਵਾ, ਆਪੇ ਗੁਰਮੁਖ ਆਪੇ ਦੇਵਾ, ਆਪੇ ਅੰਮ੍ਰਿਤ ਪੀਆ, ਆਪੇ ਅੰਮ੍ਰਿਤ ਪੀਆ। ਗੁਰ ਸੂਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਰਤੇ ਕੀਮਤ ਕਰਤਾ ਜਾਣੈ, ਕਾ ਜਾਣੈ ਗੁਰ ਸੂਰਾ, ਕਾ ਜਾਣੈ ਗੁਰ ਸੂਰਾ, ਆਪੇ ਅੰਮ੍ਰਿਤ ਪੀਆ, ਆਪੇ ਅੰਮ੍ਰਿਤ ਪੀਆ, ਆਪੇ ਗੁਰਮੁਖ ਆਪੇ ਦੇਵਾ, ਆਪੇ ਗੁਰਮੁਖ ਆਪੇ ਦੇਵਾ, ਆਪੇ ਅੰਮ੍ਰਿਤ ਪੀਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਾਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਮੌਜੂਦਾ ਹਾਲਾਤਾਂ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਮੁੱਚੀ ਸੰਗਤ ਨੂੰ ਅੱਜ ਖਾਲਸਾ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਵਧਾਈ ਦੇ ਪਾਤਰ ਹੈ ਸੰਗਤ ਜਿਹੜੀ ਆਪਣੇ ਗੁਰੂਆਂ ਵਾਲੀ ਬਖਸ਼ੀ ਇਸ ਖਾਲਸੇ ਪੰਥ ਦਾ ਅੱਜ ਜਨਮ ਦਿਹਾੜਾ ਮਨਾ ਰਹੀ ਹੈ। ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ, ਦੁਨੀਆ ਦੇ ਵਿੱਚ ਐਸਾ ਕੋਈ ਧਰਮ ਨਹੀਂ ਸਿਵਾਏ ਖਾਲਸਾ ਪੰਥ ਦੇ ਜਿਹੜਾ ਆਪਣਾ ਜਨਮ ਦਿਹਾੜਾ ਮਨਾਉਂਦਾ ਹੋਏ। ਔਰ ਇਹ ਸਾਨੂੰ ਸੁਭਾਗ ਪ੍ਰਾਪਤ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਦਕੇ, ਜਿਨ੍ਹਾਂ ਨੇ 30 ਮਾਰਚ ਨੂੰ 1699 ਦੀ ਵਿਸਾਖੀ ਵਾਲੇ ਦਿਨ, ਪਹਿਲੇ ਵਿਸਾਖ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਪੰਜ ਸਿੰਘ ਸਾਹਿਬਾਂ ਨੂੰ ਤਿਆਰ ਕੀਤਾ, ਪੰਜ ਪਿਆਰੇ ਤਿਆਰ ਕੀਤੇ ਔਰ ਇਸ ਨਿਆਰੇ ਪੰਥ ਦੀ ਸਿਰਜਣਾ ਕੀਤੀ। ਕਿ ਗੁਰੂ ਮਹਾਰਾਜ ਨੇ ਜਿਹੜੇ ਪੰਜ ਪਿਆਰੇ ਸਾਜੇ ਉਹ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਜਿੱਥੋਂ ਲੈ ਗਏ, ਉੱਥੇ ਪੰਜ ਚੀਜ਼ਾਂ ਵੀ ਲਈਆਂ ਗਈਆਂ ਇਸ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਵਾਸਤੇ। ਔਰ ਉਹਨਾਂ ਦਾ ਇੱਕ ਮਹੱਤਵ ਵੀ ਸੀ ਆਪਣਾ। ਜਿੱਥੇ ਸਾਹਿਬਾਂ ਨੇ ਪਹਿਲਾ ਬਾਟਾ ਬੁਲਾਇਆ, ਉਸ ਬਾਟੇ ਦਾ ਮਤਲਬ ਸੀ ਕਿ ਇਹ ਖਾਲਸਾ ਜਿਹੜਾ ਤਿਆਰ ਹੋਣ ਜਾ ਰਿਹਾ ਉਹਦਾ ਹਿਰਦੇ ਵੀ ਉਹਨਾਂ ਵਿਸ਼ਾਲ ਹੋਵੇ ਜਿਹਦੇ ਵਿੱਚ ਉਹ ਸਭ ਨੂੰ ਸਮਾ ਸਕੇ। ਉਹ ਜਲ ਲਿਆ ਜਿਹੜਾ ਕਿਸੇ ਦੇ ਵੀ ਪ੍ਰਤੀਕ ਨਹੀਂ ਹੈ, ਕਿਸੇ ਦੇ ਉੱਤੇ ਉਹਦਾ ਰੰਗ ਨਹੀਂ ਚਾੜ ਸਕਦਾ, ਉਹ ਕਦੀ ਮੈਲਾ ਨਹੀਂ ਹੋ ਸਕਦਾ, ਉਸ ਜਲ ਨੂੰ ਉਹਦੇ ਵਿੱਚ ਪਾਇਆ ਗਿਆ। ਮਾਤਾ ਸਾਹਿਬ ਕੌਰ ਵੱਲੋਂ ਉਹਦੇ ਵਿੱਚ
ਪਤਾਸੇ ਪਵਾਏ ਗਏ ਔਰ ਪਤਾਸੇ ਇਸ ਕਰਕੇ ਪਵਾਏ ਗਏ ਕਿਉਂਕਿ ਹਰ ਗੱਲਾਂ ਇਹ ਪ੍ਰਤੀਕ ਨੇ ਔਰ ਬਹੁਤ ਵੱਡੇ ਵਿਦਵਾਨਾਂ ਨੇ ਇਹਦੇ ਉੱਤੇ ਖੋਜ ਕਰਕੇ ਗੱਲ ਦੱਸੀ ਹੈ ਕਿ ਪਤਾਸਾ ਅਸੀਂ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਲੈ ਲਈਏ ਮਗਰ ਉਹਦਾ ਆਕਾਰ ਇੱਕ ਨਹੀਂ ਹੁੰਦਾ। ਪਤਾਸਾ ਵੱਡਾ ਵੀ ਹੁੰਦਾ, ਛੋਟਾ ਵੀ ਹੁੰਦਾ, ਮਗਰ ਜਦੋਂ ਖੰਡੇ ਬਾਟੇ ਦੀ ਪੌਲ ਦੇ ਵਿੱਚ ਪੈਂਦਾ, ਉਸ ਜਲ ਦੇ ਵਿੱਚ ਪੈਂਦਾ, ਉਸ ਬਾਟੇ ਦੇ ਵਿੱਚ ਪੈਂਦਾ ਔਰ ਜਦ ਉਹਨੂੰ ਉਸ ਖੰਡੇ ਦਾ ਨਾਲ ਮਿਲਾਇਆ ਜਾਂਦਾ ਹੈ, ਉਸ ਖੰਡਾ ਜਿਹੜਾ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ, ਉਹਦਾ ਆਕਾਰ ਸਭ ਦਾ ਇੱਕ ਜਿਹਾ ਹੋ ਜਾਂਦਾ ਹੈ। ਇਹ ਚਾਰ ਚੀਜ਼ਾਂ ਗੁਰੂ ਮਹਾਰਾਜ ਨੇ ਲਈਆਂ ਔਰ ਪੰਜਵੀਂ ਚੀਜ਼ ਜਿਹੜੀ ਗੱਲ ਹੁਣੇ ਰਹਿ ਗਈ ਗੱਲ ਕਰਦੇ ਹੋਏ, ਕਿਉਂਕਿ ਬਾਟੇ ਦੇ ਨਾਲ, ਖੰਡੇ ਦੇ ਨਾਲ, ਜਲ ਦੇ ਨਾਲ ਤੇ ਨਾਲ ਪਤਾਸਿਆਂ ਦੇ ਨਾਲ ਤੇ ਸਭ ਨੂੰ ਪਤਾ, ਮਗਰ ਪੰਜਵੀਂ ਚੀਜ਼ ਗੁਰੂ ਮਹਾਰਾਜ ਉਹਦੇ ਵਿੱਚ ਆਪ ਵਰਤੇ। ਇਹ ਚੀਜ਼ ਜਿਹੜੀ ਦੁਨੀਆ ਦੇ ਵਿੱਚ ਉਹਨਾਂ ਨੇ ਇੱਕ ਮਿਸਾਲ ਬਣਾਈ ਕਿ ਕਦੀ ਵੀ ਖੰਡੇ ਬਾਟੇ ਦੀ ਪੌਲ ਤਿਆਰ ਹੋਏਗੀ, ਉਹ ਪੰਜ ਪਿਆਰੇ ਜਿਨ੍ਹਾਂ ਵਿੱਚ ਗੁਰੂ ਮਹਾਰਾਜ ਆਪ ਵਰਤਨੇ, ਉੱਥੇ ਜਦ ਤੱਕ ਉਹ ਨਹੀਂ ਹੋਣਗੇ ਇਹ ਪੌਲ ਤਿਆਰ ਨਹੀਂ ਹੋ ਸਕਦੀ। ਐਸਾ ਨਿਆਰਾ ਪੰਥ ਗੁਰੂ ਮਹਾਰਾਜ ਨੇ ਸਾਜਿਆ ਜਿਹਨੂੰ ਕੁਰਬਾਨੀਆਂ ਦੇ ਨਾਲ ਜੂਝਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਇਤਿਹਾਸ ਤੁਸੀਂ ਸਾਰੇ ਜਾਣੂ ਹੋ, ਚੱਪੇ ਚੱਪੇ ਦੇ ਵਿੱਚ ਸ਼ਹੀਦਾਂ ਦੀ ਇਹ ਗਾਥਾ ਇਸ ਨਿਆਰੇ ਪੰਥ ਕੋਲ ਹੈ। ਮੈਂ ਸਮਝਦਾ ਕਿ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਕਿਸੇ ਐਸੇ ਧਰਮ ਦੇ ਵਿੱਚ ਇੰਨੀਆਂ ਕੁਰਬਾਨੀਆਂ ਵਾਲਾ ਪੰਥ ਨਹੀਂ ਹੈ। ਹੁਣੇ ਪੰਜਾਬ ਦੇ ਵਿੱਚ ਵਰਚ ਰਹੇ ਕ੍ਰਿਸਚੈਨਿਟੀ ਦੇ ਬਾਰੇ ਵੀ ਗੱਲ ਕਰ ਰਹੇ ਸੀ। ਮੈਂ ਸਮਝਦਾ ਕਿ ਬਹੁਤ ਵੱਡੀ ਚਿੰਤਾ ਦੀ ਲੋੜ ਔਰ ਬਹੁਤ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸੀ ਕਿ ਇਹ ਜਿਹੜੀ ਲਹਿਰ ਉੱਥੇ ਵੱਧਦੀ ਪਈ ਹੈ, ਜਿਹੜੇ ਧਰਮ ਕਨਵਰਜਨ ਦੀ, ਉਹਨੂੰ ਰੋਕਿਆ ਜਾਏ। ਮਗਰ ਕਿਧਰੇ ਨਾ ਕਿਧਰੇ ਇਹ ਨਾਕਾਮ ਜਿੱਥੇ ਹੋਈ ਹੈ ਸ਼੍ਰੋਮਣੀ ਕਮੇਟੀ, ਉਹਦੇ ਵਿੱਚ ਸਾਡੇ ਸਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਟੀਮ ਤੁਹਾਡੇ ਸਾਹਮਣੇ ਬੈਠੀ ਹੈ ਜਿਹਨੂੰ ਸੰਗਤਾਂ ਨੇ ਜਿਤਾ ਕੇ ਭਜਾਇਆ, ਸੰਗਤਾਂ ਨੇ ਇੱਥੇ ਪਹੁੰਚਾਇਆ ਔਰ ਇਹ ਸੇਵਾ ਸਾਡੇ ਸਿਰ ਦਿੱਤੀ ਹੈ। ਮਗਰ ਮੈਂ ਸਮਝਦਾ ਕਿ ਅੱਜ ਖਾਲਸੇ ਦੇ ਜਨਮ ਦਿਹਾੜੇ ਵਾਲੇ ਦਿਨ ਸਾਨੂੰ ਇਹ ਸ਼ਪਥ ਲੈਣੀ ਚਾਹੀਦੀ ਹੈ, ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਖਾਲੀ ਜ਼ਿੰਮੇਵਾਰੀ ਇੱਥੇ ਬੈਠੇ ਬੰਦਿਆਂ ਦੀ ਨਹੀਂ ਹੈ। ਇਹ ਗੁਰੂ ਦੇ ਪ੍ਰਤੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਘਰ ਘਰ ਦੇ ਵਿੱਚ, ਆਪਣੇ ਮੁਹੱਲੇ ਦੇ ਵਿੱਚ ਆਪਣੇ ਬੱਚਿਆਂ ਨੂੰ ਉਸ ਗੱਲਾਂ ਦੇ ਉੱਤੇ ਪਹਿਰਾ ਦੇ ਸਕੀਏ, ਉਹ ਗੱਲਾਂ ਬਾਰੇ ਦੱਸ ਸਕੀਏ, ਉਸ ਇਤਿਹਾਸ ਬਾਰੇ ਦੱਸ ਸਕੀਏ ਔਰ ਦੱਸ ਸਕੀਏ ਕਿ ਗੁਰੂ ਮਹਾਰਾਜ ਨੇ ਜਦ ਇਹ ਖਾਲਸਾ ਪੰਥ ਸਾਜਿਆ ਕਿਹਾ ਸੀ ਕਿ ਖਾਲਸਾ ਮੇਰਾ ਰੂਪ ਹੈ ਖਾਸ। ਇਹ ਰੂਪ ਜਿਹੜਾ ਦਿੱਤਾ ਖਾਲਸੇ ਨੂੰ, ਇਹਦੇ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਜਾਣੂ ਕਰਾ ਸਕੀਏ ਔਰ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਜਿਸ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਣ ਕੀਤਾ ਹੈ ਕਿ ਅਸੀਂ ਹਰ ਵਾਰਡ ਦੇ ਵਿੱਚ, ਹਰ ਇਲਾਕਿਆਂ ਦੇ ਵਿੱਚ ਜਾ ਕੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਵਜਾ ਸਕੀਏ, ਆਪਣੇ ਬੱਚਿਆਂ ਨੂੰ ਗੁਰੂ ਵਾਲਾ ਬਣਾ ਸਕੀਏ, ਬਾਣੀ ਅਤੇ ਬਾਣੇ ਦੇ ਧਾਰਨੀ ਬਣਾ ਸਕੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਸ ਤਰੀਕਾ ਦੀ ਕੋਵਿਡ ਦੀ ਮਹਾਮਾਰੀ ਦੇ ਵਿੱਚ ਸੇਵਾਵਾਂ ਕੀਤੀਆਂ, ਦੁਨੀਆ ਦੀ ਨਜ਼ਰਾਂ ਸਾਡੇ ਤੇ ਨੇ ਕਿ ਜਿੱਥੇ ਕਦੀ ਲੋੜ ਪੈਂਦੀ ਹੈ ਇਹ ਕੌਮ ਅੱਗੇ ਵੱਧਦੀ ਹੈ ਔਰ ਉਸ ਕੌਮ ਦੀ ਅਗਵਾਈ ਕਰ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਕਦੀ ਵੀ ਇਹੋ ਜਿਹੇ ਕੰਮਾਂ 'ਚ ਪਿੱਛੇ ਨਹੀਂ ਹਟਦੀ। 20 ਔਰ 21 ਅਪ੍ਰੈਲ ਨੂੰ ਜਿੱਥੇ ਭਾਰਤ ਸਰਕਾਰ ਨੇ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਸ਼ਤਾਬਦੀ ਮਨਾਉਣ ਦਾ ਫੈਸਲਾ ਲਿਆ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬੇਨਤੀ ਵੀ ਕਰਾਂਗਾ ਕਿ ਅਸੀਂ ਵੱਧ ਚੜ ਕੇ ਉਸ ਦਾ ਹਿੱਸਾ ਬਣੀਏ। ਸਭ ਤੋਂ ਪਹਿਲਾਂ ਮੈਂ ਆਪ ਸਮੂਹ ਸਤ ਸੰਗਤ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਖਾਲਸਾ ਸਿਰਜਣਾ ਦਿਵਸ ਦੀ ਵਧਾਈ ਦੇਣਾ। ਆਪ ਸਮੂਹ ਸਤ ਸੰਗਤ ਜੀ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦਾ ਇਹ ਬਹੁਤ ਹੀ ਮਹਾਨ ਦਿਹਾੜਾ ਹੈ। ਅੱਜ ਦੇ ਦਿਨ 1699 ਈਸਵੀ ਨੂੰ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉਸ ਪਿਛੋਕੜ ਦੀ ਗੱਲ ਕਰੀਏ, ਸਮੇਂ ਦੀ ਜ਼ਰੂਰਤ ਸੀ, ਜ਼ੁਲਮ ਦੀ ਇੰਤਹਾ ਸੀ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਸਮੇਂ ਦੀ ਹਕੂਮਤ ਨੇ ਜਿਸ ਵੇਲੇ ਦੇਸ਼ ਦੇ ਵਿੱਚ
ਤਿਲਕ ਜੰਜੂ ਨੂੰ ਖਤਮ ਕਰਨ ਦਾ ਉਸ ਵੇਲੇ ਦੇ ਹੁਕਮਰਾਨ ਔਰੰਗਜ਼ੇਬ ਨੇ ਤੈਅ ਕਰ ਲਿਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ, ਆਪਣੀ ਸ਼ਹਾਦਤ ਦੇ ਕੇ ਤਿਲਕ ਅਤੇ ਜੰਜੂ ਦੀ ਰੱਖਿਆ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਤਿਲਕ ਜੰਜੂ ਦੀ ਰੱਖਿਆ ਲਈ ਹਿੰਦੁਸਤਾਨ ਨੂੰ ਜ਼ਾਲਮਾਂ ਤੋਂ ਬਚਾਉਣ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ। ਗੁਰੂ ਸਾਹਿਬ ਨੇ ਆਪਣੇ 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਸ ਜ਼ੁਲਮ ਦੇ ਖਿਲਾਫ ਲੜਦੇ ਹੋਏ। ਇੱਕ ਐਸੀ ਉਦਾਹਰਨ ਪੇਸ਼ ਕੀਤੀ ਜੋ ਕਿ ਇਤਿਹਾਸ ਦੇ ਵਿੱਚ ਕਿਤੇ ਜ਼ਿਕਰ ਨਹੀਂ ਆਏਗਾ, ਨਾ ਹੀ ਆਉਂਦਾ, ਨਾ ਹੀ ਕਿਤੇ ਸ਼ਾਇਦ ਆਏਗਾ। ਐਸੀ ਮਿਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੇਸ਼ ਕੀਤੀ। ਗੁਰੂ ਦੇ ਸਿੱਖਾਂ ਨੇ ਉਸ ਦੇ ਉੱਤੇ ਪਹਿਰਾ ਦਿੱਤਾ। ਜੇ ਲੋੜ ਪਈ ਤੇ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਉਤਰਵਾ ਲਈ, ਲੇਕਿਨ ਕੇਸਾਂ ਦੀ ਬੇਦਬੀ ਨਹੀਂ ਹੋਣ ਦਿੱਤੀ। ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾ ਲਿਆ, ਲੇਕਿਨ ਸਿੱਖੀ ਤੋਂ ਡੋਲੇ ਨਹੀਂ, ਉਸ ਜ਼ਾਲਮ ਸਰਕਾਰ ਦੇ ਅੱਗੇ ਝੁਕੇ ਨਹੀਂ। ਐਸੇ ਖਾਲਸੇ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ। ਅੱਜ ਅਸੀਂ ਗੱਲ ਕਰਦੇ ਹਾਂ, ਕਹਿੰਦੇ ਸਿੱਖੀ ਨੂੰ ਖਤਰਾ ਹੈ। ਸਾਧ ਸੰਗਤ ਜੀ, ਸਿੱਖੀ ਨੂੰ ਖਤਰਾ ਨਹੀਂ ਹੈ, ਸਿੱਖ ਨੂੰ ਖਤਰਾ ਹੈ। ਸਿੱਖ ਨੂੰ ਕਿਉਂ ਖਤਰਾ ਹੈ? ਕਿਉਂਕਿ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਧਾਂਤ ਤੋਂ ਡੋਲ ਗਿਆ ਹੈ। ਜਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਧਾਂਤ ਦੇ ਪਹਿਰਾ ਦਿੰਦਾ ਹੈ, ਉਸ ਨੂੰ ਕੋਈ ਖਤਰਾ ਨਹੀਂ। ਜੇ ਤੁਸੀਂ ਪੰਜਾਬ ਦੀ ਗੱਲ ਲੈ ਲਓ, ਕਿਉਂਕਿ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ। ਅੱਜ ਆਪਾਂ ਖਾਲਸਾ ਸਿਰਜਣਾ ਦਿਵਸ ਮਨਾ ਰਹੇ ਹਾਂ, ਇਸ ਕਰਕੇ ਇਹ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅੱਜ ਤੁਸੀਂ ਦੇਖੋ, ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਚਰਚ ਬਣ ਗਏ ਆ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਲੇਕਿਨ ਅੱਜ ਪਿੰਡਾਂ ਦੇ ਵਿੱਚ, ਪਿੰਡ ਦੇ ਵਿੱਚ ਚਰਚ ਬਣਨ ਜਾ ਰਹੇ ਆ। ਕਿਉਂ? ਕਿਆ ਸਿੱਖ ਇੰਨੇ ਹੀ ਕਮਜ਼ੋਰ ਹੋ ਗਏ? ਅੱਜ ਚਰਚਾਂ ਦੀ ਕੀ ਲੋੜ ਪੈ ਗਈ? ਜਿੱਥੇ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੀ, ਸਾਰੇ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਨਤਮਸਤਕ ਹੁੰਦੇ ਸਨ। ਅੱਜ ਚਰਚ ਦੇ ਵਿੱਚ ਜਾਣ ਦੀ ਕੀ ਲੋੜ ਪੈ ਗਈ? ਕਿਆ ਸਿੱਖ ਡੋਲ ਗਿਆ ਹੈ? ਕਿਆ ਉਸ ਨੂੰ ਪੈਸੇ ਦਾ ਲਾਲਚ ਆ ਗਿਆ ਹੈ? ਅੱਜ ਇਹ ਸਮਝਣ ਦੀ ਲੋੜ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੇ ਖਾਲਸੇ ਦੀ ਸਿਰਜਣਾ ਕੀਤੀ ਸੀ ਜਿਹੜਾ ਭਾਈ ਮਨੀ ਸਿੰਘ ਵਰਗਾ ਹੋਵੇ, ਜਿਹੜਾ ਭਾਈ ਤਾਰੂ ਸਿੰਘ ਵਰਗਾ ਹੋਵੇ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਹੋਵੇ, ਜਿਹੜਾ ਬਾਬਾ ਦੀਪ ਸਿੰਘ ਵਰਗਾ ਹੋਵੇ। ਐਸਾ ਖਾਲਸਾ ਨਹੀਂ ਕਿ ਜਿਹੜਾ ਇਸ ਕਰਕੇ ਕਿ ਮੇਰੇ ਬੱਚੇ ਦੀ ਸਕੂਲ ਦੇ ਵਿੱਚ ਫੀਸ ਮਾਫ ਹੋ ਜਾਏਗੀ, ਇਸ ਕਰਕੇ ਮੈਂ ਚਰਚ ਜਾਣਾ ਸ਼ੁਰੂ ਕਰ ਦਿਆਂ, ਮੇਰੇ ਬੱਚੇ ਦੀ ਕਿਤੇ ਸ਼ਾਇਦ ਵਿਦੇਸ਼ ਦੇ ਵਿੱਚ ਵੀਜ਼ਾ ਲੱਗ ਜਾਏਗਾ, ਇਸ ਕਰਕੇ ਮੈਂ ਚਰਚ ਜਾਣਾ ਸ਼ੁਰੂ ਕਰ ਦਿਆਂ। ਨਹੀਂ ਸਾਧ ਸੰਗਤ ਜੀ, ਐਸੇ ਸਿੱਖ ਦੀ ਲੋੜ ਨਹੀਂ ਆ। ਸਿੱਖ ਉਸ ਦੀ ਲੋੜ ਆ ਜਿਹੜਾ ਬੰਦ ਵੀ ਕੱਟ ਜਾਏ, ਲੇਕਿਨ ਸਿੱਖੀ ਤੋਂ ਨਾ ਡੋਲੇ। ਐਸੇ ਸਿੱਖੀ ਦੀ ਸਿਰਜਣਾ ਕੀਤੀ ਸੀ। ਅੱਜ ਆਪਾਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪੰਥ ਜਿਹੜਾ ਸਜਾਇਆ, ਆਪਾਂ ਖਾਲਸਾ ਪੰਥ ਸਾਜਨਾ ਦਿਵਸ ਮਨਾ ਰਹੇ ਹਾਂ। ਪੂਰੇ ਸੰਸਾਰ ਭਰ ਦੇ ਲੋਕ ਵੱਧ ਚੜ ਕੇ ਇਸ ਸਾਜਨਾ ਦਿਵਸ ਮਨਾ ਰਹੇ ਨੇ। ਇਸ ਮੌਕੇ ਤੇ ਮੈਂ ਸਮੂਹ ਸਾਧ ਸੰਗਤ ਨੂੰ ਵਧਾਈ ਦੇਣਾ ਚਾਹਾਂਗਾ। ਨਾਲ ਮੈਂ ਬੇਨਤੀ ਕਰਾਂਗਾ ਕਿ ਬਹੁਤ ਸਾਰੇ ਸਾਡੇ ਪ੍ਰਧਾਨ ਸਾਹਿਬ ਔਰ ਜਨਰਲ ਸੈਕਟਰੀ ਸਾਹਿਬ ਨੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ, ਲੇਕਿਨ ਮੈਂ ਤੁਹਾਨੂੰ 2-3 ਬੇਨਤੀਆਂ ਜ਼ਰੂਰ ਕਰਨਾ ਚਾਹਾਂਗਾ। ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਔਰ ਸੈਕਟਰੀ ਸਾਹਿਬ ਨੇ ਕਿਹਾ ਹੈ ਕਿ ਅਸੀਂ ਹਰ ਵਾਰਡ ਦੇ ਵਿੱਚ ਅਸੀਂ ਅੰਮ੍ਰਿਤ ਸੰਚਾਰ ਕਰਾਂਗੇ। ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਕੱਲ ਅਸੀਂ ਤਿਲਕ ਵਿਹਾਰ ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਵਿਖੇ ਅੰਮ੍ਰਿਤ ਸੰਚਾਰ ਕਰਾਇਆ ਸੀਗਾ, ਔਰ ਕੱਲ ਲਗਭਗ ਕਾਫੀ 5-6 ਜਗ੍ਹਾ ਅੰਮ੍ਰਿਤ ਸੰਚਾਰ ਹੋਇਆ ਦਿੱਲੀ ਦੇ ਵਿੱਚ। ਇੱਕ ਮੈਂ ਬੇਨਤੀ ਕਰਾਂਗਾ
ਕਿ ਜਿਹੜਾ ਦਿੱਲੀ ਭਾਰਤ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਤਾਬਦੀ ਮਨਾਈ ਜਾ ਰਹੀ ਹੈ। ਪ੍ਰਧਾਨ ਸਾਹਿਬ ਨੇ ਕਿਹਾ ਹੈ ਕਿ 400 ਬੱਚੇ ਹਰ ਕ੍ਰਿਸ਼ਨ ਪਬਲਿਕ ਸਕੂਲ ਦੇ ਬੱਚੇ ਨੇ ਔਰ ਉਹਨਾਂ ਦੀ ਤਿਆਰੀ ਸਾਡੇ ਰਾਗੀ ਸਿੰਘ ਔਰ ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਕਰਾ ਰਹੇ ਨੇ ਔਰ ਬਹੁਤ ਸੋਹਣੇ ਢੰਗ ਦੇ ਨਾਲ ਕਰਾਏ ਜਾ ਰਹੇ ਨੇ। ਇਹ ਪਹਿਲੀ ਵਾਰੀ ਪ੍ਰੋਗਰਾਮ ਹੋਣ ਜਾ ਰਿਹਾ ਭਾਰਤ ਸਰਕਾਰ ਵਿੱਚ ਲਾਲ ਕਿਲੇ ਦੇ ਉੱਤੇ, ਔਰ ਲਾਲ ਕਿਲੇ ਦੇ ਉੱਤੇ ਉਸ ਦਿਨ ਕਿੰਨੇ ਨਿਸ਼ਾਨ ਸਾਹਿਬ ਲਹਿਰਾਣਗੇ ਉਹ ਤੁਸੀਂ ਸਾਰੇ ਹੀ ਦੇਖੋਗੇ। ਔਰ ਆਉਣ ਵਾਲੇ ਸਮੇਂ ਤੇ ਸੰਗਤ ਨੂੰ ਮੈਂ ਵਿਸ਼ਵਾਸ ਦਿਲਾਵਾਂਗਾ ਕਿ ਜਿਹੜਾ ਸੰਗਤ ਦਾ ਫਤਵਾ ਹੈ, ਜਿਹੜਾ ਸੰਗਤ ਨੇ ਸਾਡੇ ਉੱਤੇ ਵਿਸ਼ਵਾਸ ਕੀਤਾ ਹੈ, ਅਸੀਂ ਉਹਨਾਂ ਦੇ ਉੱਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਆਪ ਸਾਰੇ ਹੀ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਪਾਵਨ ਅਵਸਰ ਤੇ ਗੁਰਦੁਆਰਾ ਮੈਨੂੰ ਟਿੱਲਾ ਵਿਖੇ ਹਾਜ਼ਰੀਆਂ ਭਰ ਰਹੇ ਹੋ ਸੱਚਖੰਡ ਦਰਬਾਰ ਦੀਆਂ। ਅੱਜ ਦੇ ਦਿਨ ਸਤਿਗੁਰਾਂ ਨੇ ਇਹੋ ਜਿਹਾ ਖਾਲਸਾ ਸਾਜਿਆ ਜਿਸ ਨੇ ਮਰਨਾ ਤੇ ਕਬੂਲ ਕਰ ਲਿਆ ਮਗਰ ਕਿਸੇ ਦੀ ਗੁਲਾਮੀ ਨੂੰ ਕਬੂਲ ਨਹੀਂ ਕੀਤਾ। ਜਿਸ ਵੇਲੇ ਸਤਿਗੁਰਾਂ ਨੇ ਖਾਲਸਾ ਸਾਜਿਆ ਉਸ ਵੇਲੇ ਸਾਡਾ ਮਨੁੱਖਤਾ ਦਾ ਹਾਲ ਇਹੋ ਹੀ ਸੀ, ਦਲੀ ਹੋਈ ਦਾਲ ਵਰਗਾ। ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ। ਜਿਹਦੇ ਕੋਲ ਕੱਲੀ ਮਾਲਾ ਸੀ ਇੰਨੀ ਕਾਇਰ ਬਣ ਗਈ ਜ਼ਾਲਮ ਉਤੇ ਜ਼ੁਲਮ ਕਰਨ ਲੱਗੇ। ਜਿਹਦੇ ਕੋਲ ਕੱਲੀ ਕਿਰਪਾਨ ਸੀ ਉਹ ਜ਼ਾਲਮ ਬਣ ਗਿਆ, ਕਮਜ਼ੋਰਾਂ ਤੇ ਜ਼ੁਲਮ ਕਰਨ ਲੱਗਿਆ। ਸਤਿਗੁਰਾਂ ਨੇ ਵੇਖਿਆ ਜੇ ਕੱਲੀ ਮਾਲਾ ਕੱਲੀ ਕਿਰਪਾਨ ਜੇ ਲੱਗ ਰਹੀ ਤੇ ਇਹੋ ਹੀ ਹਾਲ ਰਹੇਗਾ, ਤੇ ਸਤਿਗੁਰਾਂ ਨੇ ਦੋਨਾਂ ਨੂੰ ਇਕੱਠਿਆਂ ਕਰਕੇ ਸੰਤ ਤੇ ਸਿਪਾਹੀ ਦਾ ਸਾਨੂੰ ਖਿਤਾਬ ਦਿੱਤਾ। ਇੱਕ ਪੂਰਨ ਮਨੁੱਖ, ਮਨੁੱਖਤਾ ਦੀ ਪੂਰਨ ਮੂਰਤ ਸਾਨੂੰ ਬਣਾ ਕੇ ਸਤਿਗੁਰਾਂ ਨੇ ਪੇਸ਼ ਕੀਤਾ। ਆਪਾਂ ਸਾਰਿਆਂ ਨੂੰ ਹੀ ਸਤਿਗੁਰਾਂ ਨੇ ਇੱਕੋ ਹੀ ਹੁਕਮ ਕੀਤਾ ਕਿ ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪੌਲ ਛਕੇ। ਤੁਸੀਂ ਸਾਰੇ ਹੀ ਸਤਿਗੁਰਾਂ ਦਾ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਤਾਂ ਕਿ ਆਪਾਂ ਆਪਣੀ ਕੌਮ ਦੀ ਸਾਂਭ ਸੰਭਾਲ ਕਰ ਸਕੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੰਨੀਆਂ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਆਪਾਂ ਉਹਨਾਂ ਦਾ ਕਰਜ਼ਾ ਕਈ ਜਨਮ ਨਹੀਂ ਲਾ ਸਕਦੇ। ਸਤਿਗੁਰਾਂ ਨੇ ਸਾਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਉਹ ਇਸ ਕਰਕੇ ਕੀਤੀਆਂ ਨੇ ਵੀ ਮੈਂ ਤੇ ਖਾਲਸਾ ਸਾਜ ਦਿੱਤਾ ਅੱਜ ਦੇ ਦਿਨ। ਹੁਣ ਤੁਹਾਡੇ ਚੋਂ ਜਿੰਨੇ ਵੀ ਸਿੱਖ ਹੋਣਗੇ ਤੁਸੀਂ ਖਾਲਸੇ ਦੀ ਸੇਵਾ ਕਰਿਓ, ਤੁਸੀਂ ਕਿਸੇ ਹੋਰ ਦੀ ਸੇਵਾ ਨਹੀਂ ਕਰਨੀ। ਆਪਣੇ ਜਿਹੜੇ ਗਰੀਬ ਤਬਕਾ, ਜਿਹੜੇ ਸਾਡਾ ਵੀਕਰ ਸੈਕਸ਼ਨ ਹੋਊਗਾ ਉਸ ਦੀ ਸੇਵਾ ਕਰਿਓ। ਜਿੰਨੇ ਵੀ ਮੇਰੇ ਧਨਾੜ ਸਿੱਖ ਹੋਣਗੇ, ਧਨਾੜ ਸਿੱਖ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਸਿੱਖਾਂ ਨੂੰ ਆਪਾਂ ਉੱਚਾ ਚੁੱਕੀਏ, ਕਿਸੇ ਤਰ੍ਹਾਂ ਉਹਨਾਂ ਦੀ ਸਪੋਰਟ ਕਰੀਏ। ਬੀਤੇ ਦਿਨ ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਅੰਦਰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋਲੋਗ੍ਰਾਫੀ ਐਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦੀ ਸੇਵਾ ਵਿਕਰਮਜੀਤ ਸਿੰਘ ਸਾਨੀ ਸਨ ਇੰਡੀਅਨ ਫਾਊਂਡੇਸ਼ਨ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿੱਚ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਦਾ ਉਦਘਾਟਨ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਫਿਰ ਉਦਘਾਟਨ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦੀ ਸੇਵਾ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਨੀ ਸਨ ਫਾਊਂਡੇਸ਼ਨ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਕੀਤੀ ਗਈ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਉਹਨੇ ਕਿਹਾ ਕਿ ਬਹੁਤ ਹੀ ਉੱਤਮ ਉਪਰਾਲਾ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਦਾਰ ਵਿਕਰਮਜੀਤ ਸਿੰਘ ਸਾਨੀ ਨੇ ਰਲ ਕੇ ਪ੍ਰਵਾਨ ਚੜਾਇਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅੱਜ ਬਹੁਤ ਹੀ ਭਾਗਾਂ ਭਰਿਆ ਦਿਨ ਹੈ ਜਦੋਂ ਇਸ ਪ੍ਰੋਜੈਕਟ ਦਾ ਉਦਘਾਟਨ ਸਿੰਘ ਸਾਹਿਬਾਨ ਦੇ ਹੱਥੋਂ ਹੋਇਆ। ਕਾਲਕਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਹੋਣਗੇ ਤੇ ਇਸ ਪ੍ਰੋਜੈਕਟ ਲਈ ਉਹਨਾਂ ਵਿਕਰਮਜੀਤ ਸਿੰਘ ਸਾਨੀ ਰਵੇਲ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਹੈ। ਸਮਾਗਮ ਵਿੱਚ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ, ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਰਹੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਿਕਰਮ ਸਿੰਘ ਜੀ ਸਾਨੀ ਔਰ ਸਰਦਾਰ ਤਰਲੋਚਨ ਸਿੰਘ ਜੀ ਦੀ ਟੀਮ ਨੇ ਤਿਆਰ ਕੀਤਾ ਹੈ। ਇਹਦੇ ਲਈ ਮੈਂ ਇਹਨਾਂ ਦੀ ਸਮੁੱਚੀ ਟੀਮ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਆਪ ਸਾਰੀਆਂ ਸੰਗਤਾਂ ਦਾ ਆਪਣੇ ਵੱਲੋਂ ਔਰ ਜੋ ਅੱਜ ਇੱਥੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਹਾਜ਼ਰ ਹੈ ਮੈਂ ਉਹਨਾਂ ਵੱਲੋਂ ਬਹੁਤ 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 ਵਧਾਈ ਦਿੰਦਾ। ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ
ਉਹ ਇਹ ਹੈ ਕਿ ਸਾਨੂੰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਨਵੀਆਂ ਟੈਕਨੀਕਸ ਜਿਹੜੀਆਂ ਨੇ ਉਹ ਅਪਣਾਉਣੀਆਂ ਪੈਣਗੀਆਂ ਔਰ ਸਾਨੂੰ ਪ੍ਰਚਾਰ ਤੇ ਪ੍ਰਸਾਰ ਵਾਸਤੇ ਜਿਹੜੀ ਆਧੁਨਿਕ ਟੈਕਨੋਲੋਜੀ ਹੈ ਉਹਨੂੰ ਵੀ ਯੂਜ਼ ਕਰਨਾ ਪਏਗਾ। ਜੇ ਅਸੀਂ ਆਪਣੇ ਪ੍ਰਚਾਰ ਪ੍ਰਸਾਰ ਲਈ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅਸੀਂ ਟੈਕਨੋਲੋਜੀ ਨੂੰ ਯੂਜ਼ ਨਹੀਂ ਕਰਾਂਗੇ, ਅਸੀਂ ਨਵੇਂ ਤਰੀਕੇ ਜਿਹੜੇ ਆ ਉਹ ਇਜਾਦ ਨਹੀਂ ਕਰਾਂਗੇ ਪ੍ਰਚਾਰ ਪ੍ਰਸਾਰ ਲਈ, ਤੇ ਅਸੀਂ ਸੰਸਾਰ ਦੇ ਵਿੱਚ ਬਹੁਤ ਪਿੱਛੇ ਰਹਿ ਜਾਵਾਂਗੇ। ਅੱਜ ਜਿਹੜੀ ਜ਼ਰੂਰਤ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਸਿੱਖ ਸਕਾਲਰ ਹੈ ਉਹ ਇਹੋ ਜਿਹੇ ਸਿੱਖ ਸਟੱਡੀ ਸੈਂਟਰਾਂ ਦੇ ਮਾਧਿਅਮ ਦੇ ਰਾਹੀਂ ਸਿੱਖ ਫਲਸਫੇ ਨੂੰ ਜਾਣਨ, ਸਿੱਖ ਫਲਸਫੇ ਨੂੰ ਸੁਣਨ ਸਮਝਣ ਔਰ ਵਰਲਡ ਦੇ ਨਾਲ ਡਾਇਲੋਗ ਕਰਨ। ਜਦੋਂ ਅਸੀਂ ਆਪਣੇ ਥਾਟ ਦੇ ਨਾਲ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਨਾਲ ਪੂਰੀ ਤਰ੍ਹਾਂ ਲਬਰੇਜ਼ ਹੋ ਕੇ ਵਰਲਡ ਦੇ ਨਾਲ ਡਾਇਲੋਗ ਕਰਾਂਗੇ ਤਾਂ ਮੈਨੂੰ ਉਮੀਦ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ 'ਚ ਹੋਏਗਾ ਔਰ ਸਿੱਖ ਧਰਮ ਦਾ ਝੰਡਾ ਜਿਹੜਾ ਹੈ, ਨਿਸ਼ਾਨ ਜਿਹੜਾ ਪੂਰੀ ਦੁਨੀਆ 'ਚ ਬੁਲੰਦ ਹੋਏਗਾ। ਇਸ ਚੀਜ਼ ਦੀ ਅੱਜ ਸਭ ਤੋਂ ਵੱਡੀ ਜਿਹੜੀ ਹੈ ਉਹ ਜ਼ਰੂਰਤ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਪੰਜੋ ਤਖਤਾਂ ਦੇ ਜਥੇਦਾਰ ਸਾਹਿਬ ਔਰ ਆਈ ਹੋਈ ਦਿੱਲੀ ਦੀ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਮੁੱਚੀ ਸੰਗਤ ਦਾ, ਸਿੰਘ ਸਾਹਿਬਾਂ ਦਾ, ਕਿ ਅੱਜ ਇਸ ਵਿਸ਼ੇਸ਼ ਸੱਦੇ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਇਸ ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟੱਡੀਜ਼ ਦਾ ਜਿਹੜਾ ਉਦਘਾਟਨ ਅਰਦਾਸ ਸਮਾਰੋਹ ਜਿਹੜਾ ਕੀਤਾ ਗਿਆ, ਕਿਉਂਕਿ ਬਹੁਤ ਲੰਬੇ ਸਮੇਂ ਦੀ ਲੋੜ ਸੀ, ਬਹੁਤ ਲੰਬੇ ਸਮੇਂ ਤੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ, ਮਗਰ ਇਹ ਮੁਕੰਮਲ ਨਹੀਂ ਹੋ ਸਕਿਆ। ਉਹਦੇ ਵਿੱਚ ਕਈ ਨਾ ਕਈ ਰਾਜਨੀਤਿਕ ਅੜਕਲਾਂ ਵੀ ਆਉਂਦੀਆਂ ਰਹੀਆਂ ਔਰ ਸਮੇਂ ਦੀ ਵੀ ਨਜ਼ਾਕਤ ਰਹੀ। ਸੋ ਮੈਂ ਧੰਨਵਾਦ ਕਰਦਾ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸਾਹਿਬ ਦਾ, ਸਰਦਾਰ ਤਰਲੋਚਨ ਸਿੰਘ ਜੀ ਦਾ, ਜਿਨ੍ਹਾਂ ਨੇ ਉਦਮ ਸਦਕਾ ਇਹ ਕੰਮ ਪੂਰਾ ਹੋ ਸਕਿਆ ਔਰ ਜਿਹੜਾ ਇਹ ਹੋਲੋਗ੍ਰਾਫਿਕ ਆਡੀਟੋਰੀਅਮ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਪਹਿਲਾ ਬਣਿਆ, ਜਿਹਦੇ ਵਿੱਚ ਅਸੀਂ ਆਪਣੇ ਗੁਰੂ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾ ਸਕੀਏ। ਸੋ ਅੱਜ ਦੇ ਇਸ ਦਿਨ ਅਸੀਂ ਜਿੱਥੇ ਦਿੱਲੀ ਦੀਆਂ ਸੰਗਤਾਂ ਨੂੰ ਸੱਦਾ ਦਿੱਤਾ ਹੈ, ਅਸੀਂ ਆਪਣੇ ਕਾਲਜ ਦੇ ਔਰ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਖਾਸ ਤੌਰ 'ਤੇ ਅਸੀਂ ਕਰਕੇ ਬੁਲਾਇਆ ਕਿ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਇੱਕ ਸ਼ਡਿਊਲ ਬਣਾਈਏ ਕਿ ਆਉਣ ਵਾਲੇ ਪੂਰੇ ਸਮੇਂ ਦੇ ਵਿੱਚ ਆਪਣੇ ਵਿਦਿਅਕ ਅਦਾਰਿਆਂ ਦੇ ਵਿੱਚ ਪੜ੍ਹਦੇ ਹਰ ਬੱਚੇ ਨੂੰ ਇੱਥੇ ਲਿਆ ਕੇ ਗੁਰੂ ਇਤਿਹਾਸ ਦੇ ਬਾਰੇ ਦੱਸ ਸਕੀਏ। ਔਰ ਇਹ ਜਿਹੜੇ ਫੋਰਨਰਸ ਬਾਰੇ ਵੀ ਜਿੱਥੇ ਹੁਣ ਸਰਦਾਰ ਤਰਲੋਚਨ ਸਿੰਘ ਜੀ ਉਹਨਾਂ ਨੇ ਦੱਸਿਆ, ਇਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਵਰਲਡ ਵਾਈਡ ਇਸ ਨੂੰ ਪ੍ਰਚਾਰ ਕਰ ਸਕੀਏ, ਪ੍ਰਸਾਰ ਕਰ ਸਕੀਏ। ਸੋ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਪਾਈ ਔਰ ਮੈਂ ਖਾਸ ਤੌਰ 'ਤੇ ਧੰਨਵਾਦ ਇੱਕ ਵਾਰ ਫਿਰ ਤੋਂ ਜਿੱਥੇ ਸਿੰਘ ਸਾਹਿਬਾਂ ਦਾ ਕਰਦਾ, ਉੱਥੇ ਨਾਲ ਹੀ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸਾਹਿਬ ਉਹਨਾਂ ਦਾ, ਸਰਦਾਰ ਰਵੇਲ ਸਿੰਘ ਜੀ ਦਾ, ਉਹਨਾਂ ਦੇ ਸਹਿਯੋਗੀ, ਉਹਨਾਂ ਨੇ ਬੜਾ ਉਦਮ ਕੀਤਾ। ਔਰ ਇਹ ਜਿਹੜਾ ਇੰਟਰਨੈਸ਼ਨਲ ਸੈਂਟਰ ਜਿਹੜਾ ਚੱਲਣਾ, ਇਹਦੀ ਚੇਅਰਮੈਨੀ ਸਰਦਾਰ ਤਰਲੋਚਨ ਸਿੰਘ ਸਾਹਿਬ ਜਿਹੜੇ ਕਰਨਗੇ, ਕਿਉਂਕਿ ਇਹਨਾਂ ਦੀ ਬਹੁਤ ਦੂਰ ਦਿਸ਼ਾ ਦੇ ਨਾਲ ਅਸੀਂ ਇੱਥੇ ਤੱਕ ਪਹੁੰਚਿਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ, ਮੈਂਬਰ ਸਾਹਿਬਾਨ ਜਿਨ੍ਹਾਂ ਨੇ ਹਮੇਸ਼ਾ ਸਾਡਾ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅੱਜ ਸਾਰੇ ਸਿੰਘ ਸਾਹਿਬਾਨ ਅੱਜ ਸਾਨੂੰ ਅਸ਼ੀਰਵਾਦ ਦੇਣ ਲਈ ਪੁੱਜੇ। ਇੱਦੋਂ ਵੱਡ ਖੁਸ਼ੀ ਕਾਲਕਾ ਜੀ, ਤੁਹਾਡੀ ਸਾਰੀ ਕਮੇਟੀ ਦੇ ਧੰਨਵਾਦੀ ਹਾਂ ਕਿ ਤੁਸੀਂ ਸਿੰਘ ਸਾਹਿਬਾਨ ਨੂੰ ਅੱਜ ਬੇਨਤੀ ਕਰਕੇ ਅੱਜ ਇਸ ਕੰਮ ਲਈ ਲਿਆਂਦਾ। ਸੋ ਮੈਂ ਸਮਝਦਾ ਇਹ ਹੀ ਬਹੁਤ ਵੱਡਾ ਸ਼ਗਨ ਹੈ। ਦੂਜਾ, ਸਾਰਿਆਂ ਨੂੰ ਪਤਾ ਹੈ ਕਿ ਅੱਜ ਤੋਂ 7 ਸਾਲ ਪਹਿਲਾਂ ਬੰਗਲਾ ਸਾਹਿਬ ਵਿੱਚ ਵਿਕਰਮ ਸਾਹਨੀ ਦੀ ਹਿੰਮਤ ਨਾਲ ਇੱਕ ਬਹੁਤ ਵੱਡਾ ਮਿਊਜ਼ੀਅਮ ਬਣਿਆ ਔਰ ਇੰਡੀਆ 'ਚ ਦੇਖੋ, ਮੈਂ ਟੂਰਿਜ਼ਮ ਦਾ ਮੈਨੇਜਿੰਗ ਡਾਇਰੈਕਟਰ ਰਿਹਾ। ਇੰਡੀਆ 'ਚ ਇਸ ਵੇਲੇ ਦੀ ਹਾਈਐਸਟ ਨੰਬਰ ਆਫ ਵਿਜ਼ਿਟਰ ਗੋਇੰਗ ਟੂ ਐਨੀ ਮਿਊਜ਼ੀਅਮ ਇਨ ਇੰਡੀਆ ਇਜ਼ ਬੰਗਲਾ ਸਾਹਿਬ। ਇਹ ਮੈਂ ਹੈਰਾਨ ਹੋ ਜਾਊਗਾ ਕਿੰਨੇ ਲੱਖ ਬੰਦਾ ਉਹ ਮਿਊਜ਼ੀਅਮ ਦੇਖ ਚੁੱਕਾ। ਦਿੱਲੀ 'ਚ ਫਾਰਨ ਟੂਰਿਸਟ ਲੱਖਾਂ ਦੀ ਗਿਣਤੀ 'ਚ ਆਉਂਦਾ, ਉਹ ਮੱਥਾ ਤਾਂ ਟੇਕਦਾ, ਲੇਕਿਨ ਉਹ ਪੁੱਛਣਾ ਚਾਹੁੰਦਾ ਕਿ ਸਿੱਖੀਜ਼ਮ ਹੈ ਕਿੱਥੇ। ਸੋ ਸਾਡੀ ਤਾਂ ਅਪਰੋਚ ਇਹ ਹੈ ਕਿ ਛੋਟੀਆਂ ਛੋਟੀਆਂ ਫਿਲਮਾਂ 15 ਮਿੰਟਸ ਇਨ ਇੰਗਲਿਸ਼ ਟੂ ਟੈਲ ਦੈਮ ਕਿ ਸਿੱਖੀਜ਼ਮ ਕੀ ਹੈ। ਦੂਸਰਾ, ਜਿੰਨੀਆਂ ਐਮਬੈਸੀਆਂ ਇੰਡੀਆ ਦੀਆਂ
ਹਰ ਐਮਬੈਸੀ ਚਾਹੁੰਦੀ ਹੈ ਦ ਮੋਮੈਂਟ ਦੇ ਕਮ ਹੀਅਰ ਦੇ ਵਾਂਟ ਟੂ ਨੋ ਅਬਾਊਟ ਸਿੱਖਿਜ਼ਮ, ਉਹ ਇੱਥੇ ਆਉਣ। ਸੋ ਦਿਸ ਇਜ਼ ਦਾ ਏਮ। ਸੋ ਇਹ ਸਾਡੀ ਸਾਰਿਆਂ ਦੀ ਆਈ ਥਿੰਕ ਦਿਸ ਇਜ਼ ਜੁਆਇੰਟ ਐਫਰਟ। ਬਹੁਤ ਕਾਲੂ ਸਾਹਿਬ, ਕਾਲਕਾ ਜੀ, ਤੁਹਾਡਾ ਸਾਰੀ ਕਮੇਟੀ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਅੱਜ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਮਲਟੀਮੀਡੀਆ ਸ਼ੋਅ ਦਾ ਉਦਘਾਟਨ ਹੋਇਆ ਔਰ ਨਾਲ ਹੀ ਇੰਟਰਨੈਸ਼ਨਲ ਸੈਂਟਰ ਫॉर ਸਿੱਖ ਸਟੱਡੀਜ਼ ਉਹਨੂੰ ਵੀ ਸਾਰਾ ਫਰਨਿਸ਼ ਕਰਕੇ ਰੈਨੋਵੇਟ ਕਰਕੇ ਉੱਥੇ ਵੀ 10,000 ਕਿਤਾਬਾਂ ਡਿਜੀਟਾਈਜ਼ ਕਰਕੇ 6 ਰਿਸਰਚ ਸਕਾਲਰ ਉਹਦਾ ਵੀ ਉਦਘਾਟਨ ਹੋਇਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਉਦਘਾਟਨ 5 ਤਖਤ ਸਾਹਿਬਾਨਾਂ ਦੇ 5 ਸਿੰਘ ਸਾਹਿਬ ਜਥੇਦਾਰਾਂ ਨੇ, ਅਕਾਲ ਤਖਤ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਆਨੰਦਪੁਰ ਸਾਹਿਬ, ਦਮਦਮਾ ਸਾਹਿਬ ਔਰ ਸਾਰੇ ਜਥੇਦਾਰ ਔਰ ਨਾਲ ਹੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੀ ਉਚੇਚੇ ਤੌਰ ਤੇ ਪਹੁੰਚੇ। ਇਹ ਹੋਲੋਗ੍ਰਾਫਿਕ ਸ਼ੋਅ ਅਸੀਂ ਤਿਆਰ ਕੀਤਾ ਪੂਰੀ ਸਿੱਖ ਇਤਿਹਾਸ ਉੱਤੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ, ਕਾਮਾ ਘਾਟਾ ਮਾਰੂ, ਜੋ ਵੀ ਕੂਕਾ ਲਹਿਰ, ਦੇਸ਼ ਦੀ ਜੰਗੇ ਆਜ਼ਾਦੀ ਵਿੱਚ ਬਾਬਾ ਖੜਕ ਸਿੰਘ, ਔਰ ਕਿਸ ਤਰ੍ਹਾਂ ਕੋਵਿਡ ਵਿੱਚ ਵੀ ਸਿੱਖਾਂ ਨੇ ਸਾਰੇ ਦੁਨੀਆ ਭਰ ਦੇ ਵਿੱਚ ਸੇਵਾ ਕੀਤੀ ਮਾਨਵਤਾ ਦੀ। ਤੇ 1 ਘੰਟੇ ਦਾ ਸ਼ੋਅ ਇਹ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ, ਮੇਰੇ ਖਿਆਲ ਇੰਡੀਆ 'ਚ ਪਹਿਲਾ ਡੋਮ ਔਰ ਹੋਲੋਗ੍ਰਾਫਿਕ ਸ਼ੋਅ ਹੈ। ਤੇ ਇਹ ਹੁਣ ਪੰਜਾਬੀ 'ਚ, ਇਹਨੂੰ ਅਸੀਂ ਇੰਗਲਿਸ਼ 'ਚ ਵੀ ਕਰ ਰਹੇ ਹਾਂ। ਇਹਦੇ ਸ਼ੋਅ ਸ਼ੁਰੂ ਹੋ ਜਾਣਗੇ ਸਵੇਰੇ 11 ਤੋਂ 12 ਔਰ ਸ਼ਾਮ ਨੂੰ 5 ਤੋਂ 6। ਉਮੀਦ ਕਰਦੇ ਹਾਂ ਕਿ ਇਹ ਜੋ ਸੰਗਤ ਦੀ ਸੇਵਾ ਦੇ ਵਿੱਚ ਅੱਜ ਡੈਡੀਕੇਟ ਕੀਤਾ ਗਿਆ ਗੁਰਪੁਰਬ 'ਤੇ, ਉਹ ਸੰਗਤ ਇਹਦਾ ਵੱਧ ਤੋਂ ਵੱਧ ਲਾਭ ਉਠਾਏ। ਮੈਂ ਅੱਜ ਸਮੂਹ ਦਿੱਲੀ ਦੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਵਧਾਈ ਦਿੰਦਾ ਔਰ ਅੱਜ ਦਾ ਇਹ ਜਿਹੜਾ ਅੰਤਰਰਾਸ਼ਟਰੀ ਸਿੱਖ ਸਟੱਡੀ ਕੇਂਦਰ ਦਾ ਉਦਘਾਟਨ ਹੋਇਆ ਔਰ ਸ਼੍ਰੀ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਜੋ ਕੇਂਦਰ ਹੈ, ਉੱਥੇ ਅੱਜ ਸਿੱਖੀ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਔਰ ਹੁਣ ਤੱਕ ਦੇ ਜੋ ਵੀ ਗੁਰੂ ਸਾਹਿਬ ਦੀ ਜੀਵਨੀ ਹੈ ਉਸ ਨੂੰ ਅੱਜ ਉਸ ਫਿਲਮ ਦੇ ਮਾਧਿਅਮ ਦੇ ਨਾਲ ਰਿਫਲੈਕਟ ਕੀਤਾ ਗਿਆ ਔਰ ਨਾਲ ਹੀ ਜੋ ਸਿੱਖ ਸ਼ਹੀਦਾਂ ਨੇ ਇਸ ਦੇਸ਼ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਉਸ ਨੂੰ ਦਿਖਾਇਆ ਗਿਆ, ਦਰਸਾਇਆ ਗਿਆ। ਮੈਂ ਸਮਝਦਾ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਰਦਾਰ ਵਿਕਰਮਜੀਤ ਸਿੰਘ ਸਾਨੀ ਜੀ ਉਹਨਾਂ ਦੇ ਸਨ ਫਾਊਂਡੇਸ਼ਨ ਵੱਲੋਂ ਔਰ ਸਰਦਾਰ ਤਰਲੋਚਨ ਸਿੰਘ ਜੀ ਜੋ ਕਿ ਇਸ ਕੇਂਦਰ ਦੇ ਚੇਅਰਮੈਨ ਹੈ, ਇਹ ਸਾਰੀ ਟੀਮ ਵਰਕ ਹੈ, ਉਪਰਾਲਾ ਹੋਇਆ ਔਰ ਇਹ ਬਹੁਤ ਹੀ ਮੈਂ ਸਮਝਦਾ ਮੀਲ ਪੱਥਰ ਸਾਬਤ ਹੋਏਗਾ ਕੌਮ ਵਾਸਤੇ। ਕਿਉਂਕਿ ਇੱਥੇ ਆ ਕੇ ਜਿੱਥੇ ਸਕਾਲਰ ਇੱਥੋਂ ਪੈਦਾ ਹੋਣਗੇ ਉੱਥੇ ਨਾਲ ਹੀ ਜਿਹੜੀ ਜੋ ਨੌਜਵਾਨ ਹੈ, ਜੋ ਸਕੂਲ ਦੇ ਬੱਚੇ ਆ, ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਹਨਾਂ ਨੂੰ ਹਰ ਰੋਜ਼ ਇੱਥੇ ਜਿਹੜੀ ਫਿਲਮ ਹੈ ਉਹ ਦਿਖਾਈ ਜਾਏਗੀ, ਸਿੱਖੀ ਦੇ ਉੱਤੇ ਵੱਖਰੀਆਂ ਫਿਲਮਾਂ ਜਿਹੜੀਆਂ ਤਿਆਰ ਕਰਕੇ ਦਿਖਾਈਆਂ ਜਾਣਗੀਆਂ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸੇ ਦੇ ਸਿਰਜਣਾ ਦਿਵਸ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਨਾਲ ਹੀ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਟਰਨੈਸ਼ਨਲ ਸੈਂਟਰ ਫॉर ਸਿੱਖ ਸਟੱਡੀ ਦਾ ਉਦਘਾਟਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੀਤਾ ਗਿਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਗੁੰਜਾ ਸਿੱਖ ਫਿਰਸਰ ਲੈ ਕੇ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।